हिरासत ਦੇ ਵਿੱਚ ਲਿਆ ਗਿਆ। ਚੰਡੀਗੜ੍ਹ ਦੇ ਵਿੱਚ ਪੁਲਿਸ ਦੇ ਨਾਲ ਉਲਝੇ ਰਾਜਾ ਵੜਿੰਗ। ਪੁਲਿਸ ਨੇ ਵਾਟਰ ਕੈਨਨ ਦਾ ਵੀ ਕੀਤਾ ਇਸਤੇਮਾਲ। ਕਾਂਗਰਸ ਦੇ ਕਾਲੇ ਕੱਪੜਿਆਂ ਵਾਲੇ ਪ੍ਰਦਰਸ਼ਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਧਿਆ ਨਿਸ਼ਾਨਾ ਕਿ ਹਰ ਰਾਮ ਮੰਦਿਰ ਦੇ ਖਿਲਾਫ ਹੈ ਕਾਂਗਰਸ। ਈਡੀ ਅਤੇ ਮਹਿੰਗਾਈ ਦੇ ਬਹਾਨੇ ਦੇ ਨਾਲ ਅੱਜ ਦੇ ਦਿਨ ਕੀਤਾ ਗਿਆ ਪ੍ਰਦਰਸ਼ਨ। ਕੇਂਦਰ ਦੇ ਦਖਲ ਤੋਂ ਬਾਅਦ ਪੀਜੀਆਈ ਦੇ ਵਿੱਚ ਸ਼ੁਰੂ ਹੋਇਆ ਪੰਜਾਬ ਦੇ ਮਰੀਜ਼ਾਂ ਦਾ ਇਲਾਜ। ਬਕਾਇਆ ਨਾ ਜਾਰੀ ਹੋਣ ਤੇ ਆਯੁਸ਼ਮਾਨ ਸਕੀਮ ਦੇ ਤਹਿਤ ਨਹੀਂ ਹੋ ਰਿਹਾ ਸੀ ਟ੍ਰੀਟਮੈਂਟ। ਪੰਜਾਬ ਦੇ ਹੈਲਥ ਸਕੱਤਰ ਨੇ ਵੀ ਬਕਾਇਆ ਜਾਰੀ ਕਰਨ ਦਾ ਦਿੱਤਾ ਭਰੋਸਾ, ਪਰ ਪੰਜਾਬ ਦੇ ਕਈ ਹਸਪਤਾਲਾਂ 'ਚ ਅਜੇ ਵੀ ਬੰਦ ਹੈ ਇਲਾਜ। ਮਸਤੂਆਣਾ ਸਾਹਿਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਮੈਡੀਕਲ ਕਾਲਜ ਦਾ ਨੀਂਹ ਪੱਥਰ। ਬੋਲੇ ਪਿੰਡਾਂ ਦੇ ਬੱਚੇ ਵੀ ਹੁਣ ਬਣਨਗੇ ਡਾਕਟਰ। ਧੂਰੀ ਤੋਂ ਸਿੰਗਲ ਯੂਜ਼ ਪਲਾਸਟਿਕ ਵਿਰੁੱਧ ਸ਼ੁਰੂ ਕੀਤੀ ਮੁਹਿੰਮ। 1000 ਰੁਪਏ ਤੋਂ ਘੱਟ ਕਿਰਾਏ ਵਾਲੀਆਂ ਸਰਾਵਾਂ ਜੀਐਸਟੀ ਦੇ ਦਾਇਰੇ ਤੋਂ ਬਾਹਰ। ਕੇਂਦਰ ਨੇ ਕੀਤਾ ਸਪਸ਼ਟ 3 ਸਰਾਵਾਂ ਵੱਲੋਂ ਹੁਣ ਤੱਕ ਭਰੀ ਟੈਕਸ ਦੀ ਰਕਮ ਵੀ ਹੋਵੇਗੀ ਰਿਫੰਡ। ਅਮਰੀਕਾ ਦੀ ਮਹਿਲਾ ਦੇ ਖਿਲਾਫ ਅਕਾਲ ਤਖਤ ਸਾਹਿਬ ਤੇ ਪਹੁੰਚੀ ਸ਼ਿਕਾਇਤ। ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ। ਮਹਿਲਾ ਨੇ ਸਰੀਰ ਤੇ ਲਿਖਵਾਈਆਂ ਨੇ ਗੁਰਬਾਣੀ ਦੀਆਂ ਤੁਕਾਂ। ਕੁਰੂਕਸ਼ੇਤਰ ਦੇ ਵਿੱਚ ਆਰਡੀਐਕਸ ਦੇ ਸ਼ੱਕੀ ਸ਼ਮਸ਼ੇਰ ਦਾ 16 ਅਗਸਤ ਤੱਕ ਪੁਲਿਸ ਨੂੰ ਰਿਮਾਂਡ। ਸੂਤਰਾਂ ਦੇ ਹਵਾਲੇ ਤੋਂ ਵੱਡਾ ਖੁਲਾਸਾ, ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹਿੰਦੁਸਤਾਨ ਪਹੁੰਚਿਆ ਸੀ ਆਰਡੀਐਕਸ। ਅੰਮ੍ਰਿਤਸਰ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਦੇ ਵਿੱਚ ਦੂਸ਼ਿਤ ਪਾਣੀ ਦਾ ਕਹਿਰ। 5 ਦਿਨਾਂ ਦੇ ਵਿੱਚ 4 ਲੋਕਾਂ ਦੀ ਗਈ ਜਾਨ। 80 ਤੋਂ ਵੱਧ ਲੋਕ ਹੋਏ ਬਿਮਾਰ। ਸਿਹਤ ਵਿਭਾਗ ਦੀ ਟੀਮ ਨੇ ਪਾਣੀ ਦੇ ਲਈ ਸੈਂਪਲ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦਾ ਦੀ ਸ਼ੁਰੂਆਤ ਅੱਜ ਅਸੀਂ ਪਠਾਨਕੋਟ ਤੋਂ ਕਰਨ ਜਾ ਰਹੇ ਹਾਂ। ਪੰਜਾਬ ਦੀ ਹਰ ਖਬਰ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ, ਪਰ ਪਹਿਲਾਂ ਪਠਾਨਕੋਟ ਤੋਂ ਸ਼ੁਰੂਆਤ। ਪਠਾਨਕੋਟ ਦੇ ਨੇੜੇ ਡਮਟਾਲ ਦੇ ਵਿੱਚ ਜ਼ਿੰਦਾ ਹੈਂਡ ਗ੍ਰੇਨੇਡ ਮਿਲਣ ਦੇ ਨਾਲ ਸਨਸਨੀ ਫੈਲ ਗਈ। ਇਹ ਗ੍ਰੇਨੇਡ ਹਿਮਾਚਲ ਪੰਜਾਬ ਦੇ ਬਾਰਡਰ ਦੇ ਉੱਤੇ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਦੇ ਕਿਨਾਰੇ ਮਿਲਿਆ। ਗ੍ਰੇਨੇਡ ਦੀ ਸੂਚਨਾ ਮਿਲਦੀ ਪੁਲਿਸ ਦੀ ਟੀਮ ਮੌਕੇ ਦੇ ਉੱਤੇ ਪਹੁੰਚ ਗਈ। ਗ੍ਰੇਨੇਡ ਦੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਫੋਰਸ ਤੈਨਾਤ ਕਰਕੇ ਘੇਰਾਬੰਦੀ ਕਰ ਦਿੱਤੀ ਗਈ। ਪਤਾ ਲੱਗਿਆ ਕਿ ਬਰਾਮਦ ਹੈਂਡ ਗ੍ਰੇਨੇਡ ਜ਼ਿੰਦਾ ਹੈ ਅਤੇ ਇਸ ਦੀ ਸੇਫਟੀ ਪਿਨ ਨਿਕਲੀ ਹੋਈ ਸੀ। ਗ੍ਰੇਨੇਡ ਚਾਈਨਾ ਮੇਡ ਸੀ, ਹਾਲਾਂਕਿ ਬਾਅਦ ਦੇ ਵਿੱਚ ਗ੍ਰੇਨੇਡ ਨੂੰ ਡਿਫਿਊਜ਼ ਕਰ ਦਿੱਤਾ ਗਿਆ। अभी जानकारी से है, अभी जैसा उसमें जो प्रिंट लिखा है ग्रेनेड पे, तो उससे लगता है कि शायद ये बाहर से बना पाकिस्तान या पाकिस्तान ऑर्डिनेंस फैक्ट्री का हो सकता है। ये फट डालने के बाद फट के जरिए जो फट में जो मलबा है उस मलबे के साथ ही आया। ਦਰਅਸਲ ਪਠਾਨਕੋਟ ਅਤੇ ਹਿਮਾਚਲ ਦੇ ਇਸ ਇਲਾਕੇ ਦੇ ਵਿੱਚ ਜਿੱਥੇ ਗ੍ਰੇਨੇਡ ਮਿਲਿਆ ਹੈ ਉੱਥੇ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਸੀ। ਬਰਸਾਤ ਦੇ ਵਿੱਚ ਲੈਂਡਸਲਾਈਡ ਤੋਂ ਬਾਅਦ ਪਾਣੀ ਦੇ ਨਾਲ ਪਹਾੜ ਦਾ ਮਲਬਾ ਤੇ ਪੱਥਰ ਹਾਈਵੇ ਦੇ ਉੱਤੇ ਆ ਗਏ। ਇਸੀ ਮਲਬੇ ਦੇ ਵਿੱਚ ਇੱਕ ਗ੍ਰੇਨੇਡ ਪਿਆ ਹੋਇਆ ਸੀ। ਹਾਲਾਂਕਿ ਇਹ ਸਵਾਲ ਜ਼ਰੂਰ ਹੈ ਕਿ ਗ੍ਰੇਨੇਡ ਆਇਆ ਕਿੱਥੋਂ। ਖੈਰ ਪਹਿਲਾਂ ਹੀ ਦੇਖ ਲਿਆ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਡਿਸਪੋਜ਼ ਆਫ ਵੀ ਕਰ ਦਿੱਤਾ ਗਿਆ। ਉਧਰ ਕੁਰੂਕਸ਼ੇਤਰ ਦੇ ਵਿੱਚ ਅੰਬਾਲਾ ਸ਼ਾਹਬਾਦ ਹਾਈਵੇ ਦੇ ਉੱਤੇ ਮਿਲਿਆ ਵਿਸਫੋਟਕ ਤਕਰੀਬਨ 1 ਕਿਲੋ 300 ਗ੍ਰਾਮ ਸੀ, ਜਿਸ ਦੇ ਵਿੱਚ ਡੈਟੋਨੇਟਰ, ਇੱਕ ਪੀਟੀਡੀ ਸਵਿਚ ਅਤੇ ਇੱਕ ਬੈਟਰੀ ਵੀ ਲੱਗੀ ਹੋਈ ਸੀ। ਇਹ ਵਿਸਫੋਟਕ ਇੱਕ ਟਿਫਨ ਬਾਕਸ ਦੇ ਵਿੱਚ ਸੀ, ਜਿਸ ਨੂੰ ਜੂਨ ਦੇ ਵਿੱਚ ਹੀ ਪਲਾਂਟ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਫੜੇ ਗਏ ਮੁਲਜ਼ਮ ਸ਼ਮਸ਼ੀਰ ਸਿੰਘ ਤੋਂ ਸ਼ੁਰੂਆਤੀ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਇਹ ਵਿਸਫੋਟਕ ਸ਼ਾਹਬਾਦ ਦੇ ਵਿੱਚ ਰੱਖਣ ਨੂੰ ਕਿਹਾ ਗਿਆ ਸੀ। ਜੂਨ ਮਹੀਨੇ ਦੇ ਵਿੱਚ ਉਸਨੇ ਇਸ ਲਿਫਾਫੇ ਦੇ ਵਿੱਚ ਜੰਗਲ ਦੇ ਵਾਲੇ ਪਾਸੇ ਪੇੜ ਦੇ ਹੇਠਾਂ ਰੱਖ ਦਿੱਤਾ ਸੀ। ਉੱਥੋਂ ਕਿਸੇ ਦੂਜੇ ਨੇ ਇਸ ਨੂੰ ਲੈ ਕੇ ਜਾਣਾ ਸੀ। ਇਸ ਪੂਰੇ ਕੰਮ ਦੇ ਵਿੱਚ 4 ਲੋਕ ਸ਼ਾਮਲ ਨੇ। ਪੁਲਿਸ ਸੂਤਰਾਂ ਮੁਤਾਬਕ ਤਰਨਤਾਰਨ ਦਾ ਰਹਿਣ ਵਾਲਾ 25 ਸਾਲ ਦਾ ਮੁਲਜ਼ਮ ਸ਼ਮਸ਼ੀਰ ਸਿੰਘ ਟੈਰਰ ਮੋਡਿਊਲ ਦਾ ਹਿੱਸਾ ਹੈ। ਉਸਨੇ ਇਸ ਵਿਸਫੋਟਕ ਥਾਂ ਦੀ ਫੋਟੋ ਅਤੇ ਲੋਕੇਸ਼ਨ ਵਿਦੇਸ਼ ਦੇ ਵਿੱਚ ਬੈਠੇ ਹੈਂਡਲਰ ਨੂੰ ਭੇਜਣੀ ਸੀ। ਫਿਰ ਉਹਨਾਂ ਦੇ ਦੂਜੇ ਗੁਰਗੇ ਨੇ ਉਸ ਨੂੰ ਅੱਗੇ ਲੈ ਕੇ ਜਾਣਾ ਸੀ। ਇਸ ਤੋਂ ਪਹਿਲਾਂ ਹੀ ਪੁਲਿਸ ਨੇ ਸ਼ਮਸ਼ੀਰ ਨੂੰ ਕਾਬੂ ਕਰ ਲਿਆ। ਉਸ ਦੀ ਨਿਸ਼ਾਨਦੇਹੀ ਦੇ ਉੱਤੇ ਵਿਸਫੋਟਕ ਵੀ ਬਰਾਮਦ ਕਰ ਲਿਆ ਗਿਆ। ਹਰਿਆਣਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਫੜੇ ਗਏ ਦਹਿਸ਼ਤਗਰਦੀ ਜਥੇਬੰਦੀ ਦੇ ਵਿੱਚ ਸ਼ਾਮਲ ਸ਼ਮਸ਼ੀਰ ਸਿੰਘ ਦਾ ਰਿਕਾਰਡ ਵੀ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਪੰਜਾਬ ਪੁਲਿਸ ਨਾਲ ਸੰਪਰਕ ਕਰਕੇ ਉਸ ਦੇ ਬਾਰੇ ਜਾਣਕਾਰੀ ਇਕੱਠਾ ਕੀਤੀ ਜਾ ਰਹੀ ਹੈ। ਉਸ ਦੇ ਪੁਰਾਣੇ ਕ੍ਰਿਮੀਨਲ ਰਿਕਾਰਡ, ਦਰਜ ਕੇਸ ਦੇ ਬਾਰੇ ਦੇ ਵਿੱਚ ਵੀ ਬਿਊਰਾ ਇਕੱਠਾ ਕੀਤਾ ਜਾ ਰਿਹਾ ਹੈ।
शमशेर सिंह आतंकी का क्या मॉड्यूल कनेक्शन यानी कि पाकिस्तान कनेक्शन, रिंदा कनेक्शन, इन तमाम पहलुओं को लेकर जो एसटीएफ की टीम है, पुलिस की टीम है, वो जांच कर रही है। ਤਾਂ ਜਾਂਚ ਦਾ ਵਿਸ਼ਾ ਤਾਂ ਲਾਜ਼ਮੀ ਤੌਰ ਤੇ ਬਣ ਜਾਂਦਾ ਹੈ ਔਰ ਚਿੰਤਾ ਇਸ ਕਰਕੇ ਵੀ ਜ਼ਿਆਦਾ ਹੈ ਕਿਉਂਕਿ ਅਜਿਹੇ ਗੁਰਗੇ ਬਹੁਤ ਸਾਰੇ ਨੇ। ਕੌਣ-ਕੌਣ ਨੇ ਉਹ ਨਹੀਂ ਪੁਲਿਸ ਨੂੰ ਪਤਾ ਲੱਗ ਪਾ ਰਿਹਾ। ਜਾਣਕਾਰੀ ਇੱਥੋਂ ਤੱਕ ਹੈ ਕਿ ਇੱਕ ਗੁਰਗੇ ਨੂੰ ਦੂਜੇ ਗੁਰਗੇ ਬਾਰੇ ਵੀ ਨਹੀਂ ਪਤਾ ਹੁੰਦਾ, ਯਾਨੀ ਕਿ ਜਿਸ ਨੇ ਜੀਟੀ ਰੋਡ ਦੇ ਉੱਤੇ ਇਹ ਵਿਸਫੋਟਕ ਰੱਖ ਦਿੱਤਾ, ਅੱਗੇ ਕਿਸ ਨੇ ਚੁੱਕਣਾ ਇਹ ਵੀ ਨਹੀਂ ਪਤਾ ਹੁੰਦਾ। ਇਹ ਸਭ ਤੋਂ ਵੱਡੀ ਟੈਨਸ਼ਨ ਇਸ ਸਮੇਂ ਜ਼ਰੂਰ ਏਜੰਸੀਆਂ ਦੇ ਸਾਹਮਣੇ ਹੈ। ਉਧਰ ਮੋਸਟ ਵਾਂਟਡ ਗੈਂਗਸਟਰ ਵਿਨੀਤ ਗਹਿਲੋਤ ਚੰਡੀਗੜ੍ਹ ਪੁਲਿਸ ਦੇ ਹੱਥੇ ਚੜਿਆ। ਗੈਂਗਸਟਰ ਦੇ ਕੋਲੋਂ 7 ਗੈਰ ਕਾਨੂੰਨੀ ਹਥਿਆਰ ਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਇਹ ਮਨਜੀਤ ਮਹਾਲ ਗੈਂਗ ਦਾ ਖਾਸ ਗੁਰਗਾ ਦੱਸਿਆ ਜਾ ਰਿਹਾ ਹੈ। ਕੁਖਿਆਤ ਗੈਂਗਸਟਰ ਮਨਜੀਤ ਮਹਾਲ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ, ਜੋ ਜੇਲ੍ਹ ਤੋਂ ਹੀ ਆਪਣਾ ਨੈਟਵਰਕ ਸੰਭਾਲਦਾ ਹੈ। ਵਿਨੀਤ ਗਹਿਲੋਤ ਹਰਿਆਣਾ ਤੇ ਯੂਪੀ ਦੇ ਵਿੱਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ, ਜੋ ਹੁਣ ਤੱਕ ਫਰਾਰ ਚੱਲ ਰਿਹਾ ਸੀ। ਗੈਂਗਸਟਰ ਤੇ ਹਰਿਆਣਾ ਤੇ ਯੂਪੀ ਪੁਲਿਸ ਨੇ ਇਨਾਮ ਵੀ ਰੱਖਿਆ ਹੋਇਆ ਸੀ। ਤਾਂ ਪੁਲਿਸ ਨੇ ਇਸ ਗੈਂਗਸਟਰ ਨੂੰ ਕਾਬੂ ਕੀਤਾ। ਹੁਣ ਅੱਗੇ ਵਧਦੇ ਹਾਂ ਤੇ ਗੱਲ ਆਯੁਸ਼ਮਾਨ ਸਕੀਮ ਦੀ। ਜੀ ਆਯੁਸ਼ਮਾਨ ਸਕੀਮ ਦੇ ਅਧੀਨ ਪੀਜੀਆਈ ਤੋਂ ਬਾਅਦ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਵੀ ਇਲਾਜ ਬੰਦ ਹੋ ਗਿਆ। ਹਾਲਾਂਕਿ ਬਾਅਦ ਦੇ ਵਿੱਚ ਇਹ ਖਬਰ ਚੰਡੀਗੜ੍ਹ ਤੋਂ ਜ਼ਰੂਰ ਸਾਹਮਣੇ ਆ ਗਈ ਕਿ ਪੀਜੀਆਈ ਦੇ ਵਿੱਚ ਇਲਾਜ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ, ਪਰ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਇਸ ਸਕੀਮ ਦੇ ਅਧੀਨ ਇਲਾਜ ਮੁਫਤ ਨਹੀਂ ਮਿਲ ਰਿਹਾ। ਦੋ ਤਸਵੀਰਾਂ, ਇੱਕ ਫਰੀਦਕੋਟ ਦੇ ਪ੍ਰਾਈਵੇਟ ਹਸਪਤਾਲ ਦੀ ਤੇ ਦੂਜੀ ਜਲੰਧਰ ਦੇ ਨਿੱਜੀ ਹਸਪਤਾਲ ਦੀ, ਜਿੱਥੇ ਬਾਹਰ ਪੋਸਟਰ ਤਾਂ ਲੱਗੇ ਨੇ ਕਿ ਇੱਥੇ ਆਯੁਸ਼ਮਾਨ ਸਕੀਮ ਦੇ ਅਧੀਨ ਇਲਾਜ ਹੁੰਦਾ ਹੈ, ਪਰ ਬੀਤੇ 6 ਮਹੀਨਿਆਂ ਤੋਂ ਇਲਾਜ ਨਹੀਂ ਮਿਲ ਰਿਹਾ। ਫਰੀਦਕੋਟ ਜ਼ਿਲ੍ਹੇ ਦੇ 14 ਹਸਪਤਾਲਾਂ ਦੇ ਵਿੱਚ ਬਕਾਇਆ ਪੈਂਡਿੰਗ ਹੋਣ ਕਾਰਨ ਇਸ ਸਕੀਮ ਦੇ ਅਧੀਨ ਇਲਾਜ ਬੰਦ ਹੈ। ਦਸੰਬਰ ਤੋਂ ਬਾਅਦ ਇਸ ਦੀ ਕੋਈ ਪੇਮੈਂਟ ਕਿਸੇ ਵੀ ਹਸਪਤਾਲ ਕੋਲੇ ਨਹੀਂ ਆਈ, ਤਾਂ ਇਸ ਕਰਕੇ ਜਦੋਂ ਕਿ ਹਸਪਤਾਲਾਂ ਨੇ ਵਾਰ-ਵਾਰ ਸਰਕਾਰ ਨੂੰ ਮਿਲਣ ਤੇ ਵੀ, ਪਹਿਲੀ ਸਰਕਾਰ ਨੂੰ ਵੀ ਮਿਲੇ, ਕਿਉਂਕਿ ਇਸ ਸਰਕਾਰ ਦੇ ਵਿੱਚ ਵੀ ਡਾਕਟਰਸ ਮਿਲੇ, ਪਰ ਹਜੇ ਤੱਕ ਕੋਈ ਵੀ ਪੇਮੈਂਟ ਨਹੀਂ ਆਈਗੀ। ਉਧਰ ਜਲੰਧਰ ਦੇ ਹਸਪਤਾਲਾਂ ਦੇ ਵਿੱਚ ਵੀ ਇਲਾਜ ਨਹੀਂ ਹੋ ਰਿਹਾ। ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਭੁਗਤਾਨ ਨਹੀਂ ਕੀਤਾ ਗਿਆ, ਜਿਸ ਕਾਰਨ ਇਲਾਜ ਬੰਦ ਹੈ। उम्मीद पे दुनिया कायम है, बट अश्योरेंसेस पहले भी आ चुकी हैं। लेट्स होप दिस टाइम जैसे गवर्नमेंट कह रही है वैसे जो पेमेंट सारे हॉस्पिटल्स की पेंडिंग है वो निकलेंगी, और हम चाहते हैं कि अगर वो पेमेंट्स क्लियर हो तो IMA पंजाब दोबारा से इंस्ट्रक्शन दे कि हॉस्पिटल्स जो हैं इस स्कीम को दोबारा, क्योंकि रोज़ पेशेंट्स आके पूछते हैं जी आपके पास आयुष्मान है कि नहीं है, लाइक दैट। ਇਲਾਜ ਬੰਦ ਹੋਣ ਕਾਰਨ ਮਰੀਜ਼ ਪਰੇਸ਼ਾਨ ਨੇ ਤੇ ਸਰਕਾਰ ਨੂੰ ਗੁਹਾਰ ਲਗਾ ਰਹੇ ਨੇ ਕਿ ਜਲਦੀ ਭੁਗਤਾਨ ਕੀਤਾ ਜਾਵੇ ਤਾਂ ਜੋ ਉਹ ਇਸ ਯੋਜਨਾ ਦਾ ਲਾਭ ਚੁੱਕ ਸਕਣ। ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਚੱਲ ਨਹੀਂ ਰਿਹਾ, ਸਰਕਾਰੀ ਵਾਲੇ ਸਾਨੂੰ ਕੋਈ ਡਾਹ ਦਵਾਲ ਨਹੀਂ ਹੈਗੇ, ਤੇ ਸਰਕਾਰ ਨੂੰ ਇਹ ਚਾਹੀਦਾ ਕਿ ਸਾਡਾ ਜਿਹੜਾ ਬਕਾਇਆ ਉਹ ਸਾਨੂੰ ਦਿੱਤਾ ਜਾਵੇ ਤੇ ਨਾਲ ਸਾਡੇ ਉਹ ਸਾਡਾ ਇਲਾਜ ਚੰਗੀ ਤਰ੍ਹਾਂ ਹੋ ਸਕੇ। ਦਰਅਸਲ ਪੀਜੀਆਈ ਦੇ ਵਿੱਚ ਵੀ ਇਲਾਜ ਬੰਦ ਕਰ ਦਿੱਤਾ ਗਿਆ। ਹਾਲਾਂਕਿ ਪ੍ਰਧਾਨ ਮੰਤਰੀ ਦੇ ਕਹਿਣ ਤੋਂ ਬਾਅਦ ਹੁਣ ਪੀਜੀਆਈ 'ਚ ਮੁੜ ਤੋਂ ਇਲਾਜ ਜ਼ਰੂਰ ਸ਼ੁਰੂ ਹੋ ਗਿਆ ਹੈ। ਤਾਂ ਆਯੁਸ਼ਮਾਨ ਸਕੀਮ ਦਾ ਜ਼ਿਕਰ ਅਸੀਂ ਕਰਦੇ ਹਾਂ ਕਿਉਂਕਿ ਇਸ ਸਕੀਮ ਦੇ ਤਹਿਤ ਜੋ ਲੋਕ ਨੇ, ਜਿਹੜੇ ਗਰੀਬ ਪਰਿਵਾਰਾਂ ਦੇ ਨਾਲ ਜੁੜੇ ਲੋਕ ਨੇ, ਉਹਨਾਂ ਦੇ ਕਾਰਡ ਬਣਦੇ ਨੇ। ਬਹੁਤ ਸਾਰੇ ਲੋਕਾਂ ਦੇ ਆਲਰੇਡੀ ਬਣੇ ਹੋਏ ਨੇ ਤੇ ਉਸ ਕਾਰਡ ਦੇ ਜ਼ਰੀਏ ਜਿਹੜਾ ਇਲਾਜ ਹੁੰਦਾ ਉਹ ਸਰਕਾਰੀ ਹਸਪਤਾਲ ਦੇ ਵਿੱਚ ਵੀ ਹੁੰਦਾ ਤੇ ਇਸ ਦੇ ਪੈਨਲ ਦੇ ਵਿੱਚ ਸ਼ਾਮਲ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਹੁੰਦਾ ਹੈ। ਪਰ ਜਦੋਂ ਪੇਮੈਂਟ ਉੱਤੋਂ ਨਹੀਂ ਆਉਂਦੀ, ਇਸ ਕਰਕੇ ਪ੍ਰਾਈਵੇਟ ਔਰ ਸਰਕਾਰੀ ਹਸਪਤਾਲਾਂ ਨੇ ਇਲਾਜ ਬੰਦ ਕਰ ਦਿੱਤਾ। ਖੈਰ, ਜਦੋਂ ਗਰੀਬਾਂ ਨੂੰ ਮਿਲਣ ਵਾਲੀ ਸਹੂਲਤ ਸਰਕਾਰ ਦੇ ਵੱਲੋਂ ਦਿੱਤੀ ਜਾਣ ਵਾਲੀ ਰਕਮ ਦੀ ਵਜ੍ਹਾ ਦੇ ਨਾਲ ਬੰਦ ਹੋ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਪਰ ਇਸ ਸਭ ਦੇ ਵਿਚਾਲੇ ਪੀਜੀਆਈ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਖਬਰ ਇਹ ਜ਼ਰੂਰ ਸਾਹਮਣੇ ਆਈ ਕਿ ਪੀਜੀਆਈ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਦਖਲ ਤੋਂ ਬਾਅਦ ਇਲਾਜ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਪੀਜੀਆਈ ਚੰਡੀਗੜ੍ਹ ਖੂਬ ਸੁਰਖੀਆਂ ਦੇ ਵਿੱਚ ਹੈ, ਇਸ ਕਰਕੇ ਸਾਡਾ ਅੱਜ ਦਾ ਸਵਾਲ ਪੀਜੀਆਈ ਚੰਡੀਗੜ੍ਹ ਦੇ ਨਾਲ ਹੀ ਜੁੜਿਆ ਹੋਇਆ। ਪੀਜੀਆਈ ਚੰਡੀਗੜ੍ਹ ਦੀ ਸਥਾਪਨਾ ਕਦੋਂ ਹੋਈ ਸੀ, ਇਹ ਸਾਡਾ ਅੱਜ ਦਾ ਸਵਾਲ ਹੈ। ਤਾਂ 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ, 1962, 1965, 1975 ਜਾਂ 1961। 4 ਆਪਸ਼ਨਸ ਦੇ ਵਿੱਚੋਂ ਸਹੀ ਕਿਹੜੀ ਹੈ? ਕਦੋਂ ਸਥਾਪਨਾ ਹੋਈ ਚੰਡੀਗੜ੍ਹ ਪੀਜੀਆਈ ਦੀ? ਪੂਰੀ ਜਾਣਕਾਰੀ ਦੇ ਨਾਲ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸਥਾਪਨਾ ਚੰਡੀਗੜ੍ਹ ਦੇ ਵਿੱਚ ਪੀਜੀਆਈ ਦੀ ਕਦੋਂ ਹੋਈ ਸੀ। ਹੁਣ ਅੱਗੇ ਵਧਦੇ ਹਾਂ ਤੇ ਸਰਕਾਰੀ ਹਸਪਤਾਲਾਂ ਦੇ ਹਾਲ ਵੀ ਤੁਹਾਨੂੰ ਦਿਖਾਵਾਂਗੇ। ਬਾਘਾ ਪੁਰਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਦੇਣ ਦੇ ਲਈ ਸਾਰੀਆਂ ਸਹੂਲਤਾਂ ਨੇ, ਪਰ ਮਰੀਜ਼ਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਬਸ ਡਾਕਟਰ ਹੀ ਨਹੀਂ। ਐਕਸ-ਰੇ, 35 ਬੈੱਡ, ਹਰ ਤਰ੍ਹਾਂ ਦੇ ਟੈਸਟ, ਦਵਾਈਆਂ। ਬਾਘਾ ਪੁਰਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੌਜੂਦ ਨੇ। ਸਰਕਾਰ ਨੇ ਮਰੀਜ਼ਾਂ ਦੇ ਲਈ ਇਹ ਸਾਰੀਆਂ ਚੀਜ਼ਾਂ ਮੁਹੱਈਆ ਵੀ ਕਰਵਾਈਆਂ ਨੇ, ਪਰ ਸ਼ਾਇਦ ਇੱਕ ਚੀਜ਼ ਮੁਹੱਈਆ ਕਰਵਾਉਣੀ ਭੁੱਲ ਗਏ। ਉਹਨੇ ਡਾਕਟਰ, ਹਸਪਤਾਲ, ਸਹੂਲਤਾਂ ਸਭ ਦੇ ਦਿੱਤਾ, ਪਰ ਮਰੀਜ਼ਾਂ ਨੂੰ ਕੀ ਚਾਹੀਦਾ ਹੈ ਕੀ ਨਹੀਂ,
ਉਹ ਦੱਸਣ ਦੇ ਲਈ ਬਸ ਡਾਕਟਰ ਹੀ ਨਹੀਂ ਹੈ। ਪੂਰੇ ਹਸਪਤਾਲ ਦੇ ਵਿੱਚ ਸਿਰਫ 2 ਡਾਕਟਰ ਨੇ, ਉਹਨਾਂ ਦੇ ਵਿੱਚੋਂ ਇੱਕ ਐਸਐਮਓ ਤੇ ਇੱਕ ਐਡੀਸ਼ਨਲ ਕੰਮਕਾਜ ਸੰਭਾਲ ਰਿਹਾ ਹੈ। ਦੇਖੋ ਜੀ, ਸਾਡੇ ਕੋਲ 2 ਹੀ ਡਾਕਟਰ ਨੇ। ਤੀਸਰੇ ਮੈਮ ਸਾਡੇ ਕੋਲ ਡਾਕਟਰ ਪੂਨਮ ਸੀਗੇ, ਉਹ ਡੈਪੂਟੇਸ਼ਨ ਤੇ ਆਉਂਦੇ ਸੀਗੇ ਸਾਡੇ ਕੋਲ ਹਫਤੇ ਦੇ ਵਿੱਚ 2 ਦਿਨ। ਉਹਨਾਂ ਦੀ ਉਹ ਆਰਜੀ ਡਿਊਟੀ ਕੱਟ ਦਿੱਤੀ ਗਈ ਹੈ, ਉਹ ਕੋਟੀ ਸੇ ਖਾਂ ਲਗਾ ਦਿੱਤੀ ਗਈ ਹੈ। ਸਾਡੇ ਕੋਲ ਇਸ ਟਾਈਮ 2 ਹੀ ਡਾਕਟਰ ਆ। ਇੱਥੇ ਕਈ ਪਿੰਡਾਂ ਦੇ ਲੋਕ ਇਲਾਜ ਕਰਵਾਉਣ ਆਉਂਦੇ ਨੇ, ਪਰ ਡਾਕਟਰਾਂ ਦੇ ਨਾ ਹੋਣ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਵਿਧਾਇਕ ਸਾਹਿਬ ਕਹਿ ਰਹੇ ਨੇ ਕਿ ਜਲਦੀ ਹਸਪਤਾਲ ਦੇ ਹਾਲਾਤ ਬਦਲ ਜਾਣਗੇ। ਪਿਛਲੇ ਮੇਲਾ ਦਾ 10-12 ਸਾਲਾਂ ਤੋਂ ਹੈ ਨਹੀਂਗੇ ਤੇ ਜਲਦੀ ਆ ਜਾਣਗੇ। ਐਂਬੂਲੈਂਸ ਵੀ ਹੈ ਨਹੀਂ ਉੱਥੇ, ਔਰ ਕਹਿੰਦੇ ਐਂਬੂਲੈਂਸ ਹੈਗੀ ਹੈ ਲੇਕਿਨ ਡਰਾਈਵਰ ਹੀ ਹੈ ਨਹੀਂ ਉਹਨੂੰ ਚਲਾਉਣ ਵਾਲਾ। ਐਂਬੂਲੈਂਸ ਵੀ ਹੈ ਨਹੀਂਗੀ, ਸਿਕਿਉਰਿਟੀ ਗਾਰਡ ਵੀ ਨਹੀਂ ਹੈਗਾ, ਕੁਝ ਵੀ ਹੈ ਨਹੀਂਗਾ। ਤਾਂ ਇਹ ਸਾਰੀਆਂ ਚੀਜ਼ਾਂ ਪ੍ਰੋਸੈਸ ਆ 3 ਮਹੀਨੇ 'ਚ ਪੂਰੀਆਂ ਹੋਣਗੀਆਂ। ਮੇਰੇ ਆਲਰੇਡੀ ਧਿਆਨ 'ਚ ਨੇ, ਇਹ ਕੋਈ ਸ਼ੱਕ ਨਹੀਂ ਹੈ, ਇਹ 'ਚ ਕੁਝ ਵੀ ਨਹੀਂਗਾ ਉੱਥੇ। ਹਸਪਤਾਲ 'ਚ ਬਿਮਾਰ ਨੇ ਜਾਂ ਹਸਪਤਾਲ ਬਿਮਾਰ ਹੈ, ਜੋ ਮਰਜ਼ੀ ਕਹਿ ਲਵੋ, ਦੋਵੇਂ ਗੱਲਾਂ ਇੱਕੋ ਜਿਹੀਆਂ ਲੱਗਦੀਆਂ ਨੇ। ਜਦੋਂ ਇੱਕ ਪਾਸੇ ਮੁਹੱਲਾ ਕਲੀਨਿਕ ਖੁੱਲਣ ਤੇ ਦੂਜੇ ਪਾਸੇ ਹਸਪਤਾਲਾਂ ਦੇ ਹਾਲਾਤ ਹੋਣ, ਫਿਰ ਫਰਕ ਤਾਂ ਪੈਂਦਾ ਏ। ਹਸਪਤਾਲ ਦੇ ਵਿੱਚ ਡਾਕਟਰਾਂ ਦੀ ਘਾਟ ਹੋਏਗੀ ਤਾਂ ਫਿਰ ਕਿਵੇਂ ਇਲਾਜ ਹੋਏਗਾ? ਜਿਹੜੇ ਉੱਥੇ ਮਰੀਜ਼ ਪਹੁੰਚ ਰਹੇ ਨੇ ਤਾਂ ਉਹ ਰੱਬ ਆਸਰੀ ਨਜ਼ਰ ਆਉਂਦੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਹੈ ਪਠਾਨਕੋਟ ਤੋਂ। ਪਠਾਨਕੋਟ ਦੇ ਵਿੱਚ 1 ਘੰਟੇ ਦੀ ਬਰਸਾਤ ਹੋਈ ਤੇ ਉਸ ਤੋਂ ਬਾਅਦ ਪਾਣੀ ਕਿੱਥੇ ਵੜਿਆ? ਸਿਵਲ ਹਸਪਤਾਲ ਦੇ ਵਿੱਚ। ਸਿਵਲ ਹਸਪਤਾਲ ਦੇ ਵਿੱਚ ਹਾਲਾਤ ਇਸ ਤਰੀਕੇ ਨਾਲ ਨਜ਼ਰ ਆਏ ਜਿਵੇਂ ਹੜ੍ਹ ਆ ਗਿਆ। ਹਸਪਤਾਲ ਦੇ ਬਲੱਡ ਬੈਂਕ ਦੇ ਸਾਹਮਣੇ ਕਿਸੇ ਨਦੀ ਦੀ ਤਰ੍ਹਾਂ ਪਾਣੀ ਵਗਣ ਲੱਗਾ। ਬਰਸਾਤ ਦਾ ਪਾਣੀ ਹਸਪਤਾਲ ਦੇ ਕਈ ਵਾਰਡਸ ਦੇ ਵਿੱਚ ਵੀ ਵੜ ਗਿਆ। ਸਭ ਤੋਂ ਜ਼ਿਆਦਾ ਮਹਿਲਾ ਵਾਰਡ ਦੇ ਵਿੱਚ ਬਾਰਿਸ਼ ਨੇ ਤਬਾਹੀ ਮਚਾਈ। ਇੱਥੇ ਪਾਣੀ ਕਰੀਬ 1 ਫੁੱਟ ਤੱਕ ਸੀ। ਇਸ ਦੇ ਨਾਲ ਹਸਪਤਾਲ ਦੇ ਵਿੱਚ ਬਾਕੀ ਦੀਆਂ ਮੁਸੀਬਤਾਂ ਦਾ ਅੰਬਾਰ ਲੱਗ ਗਿਆ। ਹਸਪਤਾਲ ਦੀ ਬਿਜਲੀ ਵੀ ਗੁੱਲ ਹੋ ਗਈ। ਅਸੀਂ ਇੱਥੇ ਹਸਪੀਟਲ ਸਰਕਾਰੀ ਹਸਪੀਟਲ ਆਏ ਦੇ ਹਾਂ ਤੇ ਬੱਚਾ ਹੋਏਦਾ ਤੇ ਨਾ ਇੱਥੇ ਲਾਈਟ ਹੈ ਨਾ ਕੁਛ ਹੈ ਤੇ ਨਾ ਕੀ ਕਹਿੰਦੇ ਇਹਨੂੰ ਬੈੱਡ ਵੀ ਆਪੇ ਅਸੀਂ ਖਿੱਚ ਕੇ ਲਿਆਂਦੇ ਤੇ ਕੋਈ ਸਹੂਲਤ ਵੀ ਹੈ ਨਹੀਂ ਹੈ, ਦੇਖਭਾਲ ਵੀ ਨਹੀਂ ਅੱਛੀ ਤਰ੍ਹਾਂ ਹੋ ਰਹੀ। ਹਸਪਤਾਲ ਦੇ ਵਿੱਚ ਜਮ੍ਹਾਂ ਪਾਣੀ ਨੂੰ ਕੱਢਣ ਦੇ ਵਿੱਚ ਪ੍ਰਬੰਧਨ ਦੇ ਪਸੀਨੇ ਨਿਕਲ ਗਏ। ਲਗਾਤਾਰ ਸਵੇਰ ਤੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਕਾਫੀ ਦਿੱਕਤ ਆ ਰਹੀ ਹੈ, ਮਰੀਜ਼ਾਂ ਨੂੰ ਵੀ ਕਾਫੀ ਦਿੱਕਤ ਆ ਰਹੀ ਹੈ। ਜਿਹੜਾ ਸਾਡੇ ਨੀਚੇ ਵਾਰਡ ਸੀਗਾ ਫੀਮੇਲ ਵਾਰਡ, ਉਹਦੇ 'ਚ ਵੀ ਸਾਰਾ ਪਾਣੀ ਭਰ ਗਿਆ ਸੀ, ਜਿਹਨੂੰ ਕਿ ਖਾਲੀ ਕਰਵਾ ਕੇ ਤੇ ਮਰੀਜ਼ਾਂ ਨੂੰ ਉੱਪਰ ਫਸਟ ਫਲੋਰ ਤੇ ਸ਼ਿਫਟ ਕਰਵਾਇਆ ਗਿਆ ਸਾਰਿਆਂ ਨੂੰ। ਕਿਸੇ ਤਰ੍ਹਾਂ ਮੋਟਰ ਦੀ ਮਦਦ ਦੇ ਨਾਲ ਵਾਰਡ ਦੇ ਵਿੱਚ ਬੜੇ ਪਾਣੀ ਨੂੰ ਕਰੜੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ, ਪਰ ਉਸ ਤੋਂ ਬਾਅਦ ਵਾਰਡ ਦੇ ਵਿੱਚ ਮਚੀ ਗੰਦਗੀ ਨੂੰ ਸਾਫ਼ ਕਰਨਾ ਹਸਪਤਾਲ ਪ੍ਰਬੰਧਕਾਂ ਦੇ ਲਈ ਚੁਣੌਤੀ ਬਣ ਗਿਆ। ਤਾਂ ਸਵਾਲ ਤਾਂ ਬਹੁਤ ਸਾਰੇ ਹੁੰਦੇ ਨੇ ਕਿ ਹਸਪਤਾਲ ਦੇ ਵਿੱਚ ਇੰਤਜ਼ਾਮ ਬਹੁਤ ਹੋਣੇ ਚਾਹੀਦੇ। ਡਾਕਟਰ ਹੋਵੇ, ਮਸ਼ੀਨਾਂ ਹੋਣ, ਲੈਬ ਹੋਵੇ, ਜਿੱਥੇ ਸਾਰੀਆਂ ਸਹੂਲਤਾਂ ਹੋਣ ਤੇ ਉੱਥੇ ਘੱਟੋ ਘੱਟ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਵੀ ਹੋਵੇ। ਕਿਉਂਕਿ ਜਦੋਂ ਮਰੀਜ਼ ਅੰਦਰ ਬੈਠੇ ਹੋਣ, ਨਾ ਹਸਪਤਾਲ 'ਚ ਬਿਜਲੀ ਹੋਵੇ ਤੇ ਦੂਜਾ ਪਾਣੀ ਗੋਡਿਆਂ ਤੱਕ ਭਰ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਅੰਮ੍ਰਿਤਸਰ ਦਾ ਜੌੜਾ ਫਾਟਕ ਮੁੜ ਤੋਂ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ, ਕਿਉਂਕਿ ਹੁਣ ਮੁੜ ਤੋਂ ਜੌੜਾ ਫਾਟਕ ਤੇ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ। ਸਾਲ 2018 ਦੁਸਹਿਰੇ ਦਾ ਦਿਨ ਇਸੇ ਫਾਟਕਾਂ ਦੇ ਪ੍ਰਸ਼ਾਸਨ ਦੀ ਅਣਗਹਿਲੀ ਦੀ ਵਜ੍ਹਾ ਨਾਲ 60 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ, ਪਰ ਪ੍ਰਸ਼ਾਸਨ ਇਹਨਾਂ ਮੌਤਾਂ ਤੋਂ ਸਬਕ ਨਹੀਂ ਲਿਆ ਤੇ ਮੁੜ ਉਹੀ ਗਲਤੀ ਦੁਹਰਾਈ ਜੋ 2018 ਚ ਹੋਈ ਸੀ। ਦਰਅਸਲ ਸ਼ਾਮ ਦਾ ਵੇਲਾ ਸੀ ਤੇ ਜੌੜਾ ਫਾਟਕ ਅੰਮ੍ਰਿਤਸਰ ਤੇ ਭੀੜ ਵੀ ਸੀ। ਟ੍ਰੇਨ ਆ ਰਹੀ ਸੀ ਪਰ ਫਾਟਕ ਖੁੱਲੇ ਸਨ। ਨਾ ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਮੌਜੂਦ ਸੀ ਅਤੇ ਨਾ ਹੀ ਕਿਸੇ ਨੇ ਫਾਟਕ ਬੰਦ ਕੀਤਾ। ਟ੍ਰੇਨਾਂ ਬਿਨਾਂ ਸਿਗਨਲ ਮਿਲੇ ਹੀ ਲੰਘ ਰਹੀਆਂ ਸੀ ਤੇ ਉੱਥੇ ਕਾਫੀ ਵੱਡੀ ਗਿਣਤੀ 'ਚ ਭੀੜ ਸੀ ਤੇ ਲੋਕ ਖੁਦ ਹੀ ਖੁਦ ਦਾ ਬਚਾਅ ਵੀ ਕਰ ਰਹੇ ਸੀ। ਜਦੋਂ ਹਾਦਸਿਆਂ ਤੋਂ ਵੀ ਪ੍ਰਸ਼ਾਸਨ ਨਾ ਸਿੱਖੇ, ਫਿਰ ਫਰਕ ਤਾਂ ਪੈਂਦਾ ਏ ਕਿ ਆਖਿਰ ਇਸ ਲਾਪਰਵਾਹੀ ਦਾ ਜ਼ਿੰਮੇਵਾਰ ਕੌਣ ਹੈ ਤੇ ਜ਼ਿੰਮੇਵਾਰਾਂ ਦੇ ਉੱਤੇ ਐਕਸ਼ਨ ਕਦੋਂ ਹੋਵੇਗਾ। ਤਾਂ ਜੌੜਾ ਫਾਟਕ ਪਿਛਲੇ 3 ਤੋਂ 4 ਸਾਲਾਂ ਦੇ ਵਿੱਚ ਖੂਬ ਚਰਚਾ ਦੇ ਵਿੱਚ ਰਿਹਾ, ਪਰ ਪਰਨਾਲਾ ਉੱਥੇ ਦਾ ਉੱਥੇ, ਯਾਨੀ ਕਿ ਹਾਲਾਤ ਨਹੀਂ ਬਦਲੇ। ਪ੍ਰਸ਼ਾਸਨ ਦੀ ਅਣਗਹਿਲੀ ਕਹਿ ਲਓ ਜਾਂ ਫਿਰ ਤੁਸੀਂ ਲਾਪਰਵਾਹੀ ਕਹਿ ਲਓ, ਨਜ਼ਰ ਹੁਣ ਵੀ ਆਉਂਦੀ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਪੜ੍ਹਾਈ ਦੀ। ਬੱਚਿਆਂ ਦੇ ਸਤੰਬਰ ਦੇ ਵਿੱਚ ਪੇਪਰ ਹੋਣ ਵਾਲੇ ਨੇ, ਪਰ ਸਕੂਲਾਂ ਦੇ ਵਿੱਚ ਕਿਤਾਬਾਂ ਅਜੇ ਪਹੁੰਚੀਆਂ ਨਹੀਂ। ਪੰਜਾਬ ਦੇ ਸਕੂਲਾਂ 'ਚ ਪੰਜਾਬੀ ਦੀਆਂ ਕਿਤਾਬਾਂ ਨਹੀਂ। ਅੰਮ੍ਰਿਤਸਰ ਦੇ ਸਰਕਾਰੀ ਸਕੂਲ ਦੇ ਵਿੱਚ ਪੰਜਾਬੀ ਦੀਆਂ ਕਿਤਾਬਾਂ ਹੀ ਨਹੀਂ ਪਹੁੰਚੀਆਂ। ਗੁਰੂ ਕੀ ਨਗਰੀ ਦੇ ਵਿੱਚ ਇਸ ਪ੍ਰਾਇਮਰੀ ਸਕੂਲ 'ਚ 5 ਕਲਾਸਾਂ ਨੇ, ਜਿਨ੍ਹਾਂ ਦੇ ਵਿੱਚ 3 ਕਲਾਸਾਂ 'ਚ ਕਿਤਾਬਾਂ ਨਹੀਂ ਆਈਆਂ। ਦੂਜੀ ਅਤੇ ਚੌਥੀ ਕਲਾਸ ਦੇ ਵਿੱਚ ਪੰਜਾਬ ਬੋਰਡ ਨੇ ਪੰਜਾਬੀ ਦੀਆਂ ਹੀ ਕਿਤਾਬਾਂ ਨਹੀਂ ਭੇਜੀਆਂ। ਇਹਨਾਂ 'ਚ ਇੱਕ ਕਿਤਾਬ ਦੀ ਜਾਂ ਕਿਸੇ 'ਚ ਦੋ ਕਿਤਾਬਾਂ ਦੀ ਸ਼ਾਰਟੇਜ ਹੈ।
ਉਹਦੇ ਵਿੱਚ ਸੰਬੰਧੀ ਅਸੀਂ ਜਿਹੜੀ ਡਿਮਾਂਡ ਸਾਡੀ ਅੱਗੇ ਗਈ ਹੋਈ ਹੈ ਔਰ ਫਸਟ ਕਲਾਸ ਦੀ ਸਾਡੀ ਇੰਗਲਿਸ਼ ਰਹਿੰਦੀ ਹੈ ਔਰ ਸੈਕਿੰਡ ਦੀ ਪੰਜਾਬੀ ਤੇ ਫੋਰਥ ਦੀ ਵੀ ਪੰਜਾਬੀ ਰਹਿੰਦੀ ਹੈ। ਬਾਕੀ ਜਿਹੜੀਆਂ ਕਿਤਾਬਾਂ ਉਹ ਬੱਚਿਆਂ ਨੂੰ ਜਿਹੜੀਆਂ ਪਿੱਛੋਂ ਆ ਚੁੱਕੀਆਂ ਤੇ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਾ ਚੁੱਕੇ ਹਾਂ। ਬੱਚੇ ਵੀ ਕਿਤਾਬਾਂ ਨਾ ਮਿਲਣ ਕਾਰਨ ਪਰੇਸ਼ਾਨ ਨੇ। ਬੱਚਿਆਂ ਮੁਤਾਬਕ ਜੇ ਜ਼ਰੂਰਤ ਪੈਂਦੀ ਹੈ ਤਾਂ ਮੈਡਮ ਜੀ ਫੇਸਬੁੱਕ ਦੇ ਜ਼ਰੀਏ ਉਹਨਾਂ ਨੂੰ ਲੈਸਨ ਪੜ੍ਹਾ ਦਿੰਦੇ ਨੇ। ਕਿਹੜੀ ਨਹੀਂ ਮਿਲੀ ਹਲੇ ਤੱਕ? ਪੰਜਾਬੀ ਤੇ ਤੇ ਕਿੰਨੀ ਮੁਸ਼ਕਲ ਆ ਰਹੀ ਹੈ? ਸਤੰਬਰ 'ਚ ਪੇਪਰ ਹੈ ਤੇ ਹਲੇ ਤੱਕ ਬੁੱਕਸ ਨਹੀਂ ਮਿਲੀ ਪੜ੍ਹਨ 'ਚ। ਕੋਈ ਗੱਲ ਨਹੀਂ ਮੈਮ ਫੇਸਬੁੱਕ ਤੇ ਭੇਜ ਦਿੰਦੇ ਆ ਕਿਉਂਕਿ ਮੈਮ ਕੋ ਬੁੱਕ ਹੈਗੀ ਆ ਨਾ। ਜਦੋਂ ਪੰਜਾਬ ਬੋਰਡ ਦੇ ਸਕੂਲਾਂ ਦੇ ਵਿੱਚ ਪੰਜਾਬੀ ਦੀਆਂ ਹੀ ਕਿਤਾਬਾਂ ਨਾ ਪਹੁੰਚਣ ਫਿਰ ਫਰਕ ਤਾਂ ਪੈਂਦਾ ਹੈ। ਜਦੋਂ ਕਿਤਾਬਾਂ ਦੀ ਥਾਂ ਤੇ ਚੌਥੀ ਕਲਾਸ ਦੇ ਬੱਚਿਆਂ ਨੂੰ ਫੇਸਬੁੱਕ ਦੇ ਜ਼ਰੀਏ ਲੈਸਨ ਮਿਲੇ ਫਿਰ ਫਰਕ ਤਾਂ ਪੈਂਦਾ ਹੈ। ਤਾਂ ਸਿਸਟਮ ਤੋਂ ਜ਼ਿਆਦਾ ਸੋਸ਼ਲ ਸਾਈਟਸ ਇਸ ਸਮੇਂ ਬੱਚਿਆਂ ਦੇ ਕੰਮ ਆ ਰਹੀਆਂ ਨੇ। ਸੋਸ਼ਲ ਸਾਈਟਸ ਦੇ ਉੱਤੇ ਇਹ ਬੱਚੇ ਹੁਣ ਇੰਨਾ ਟਾਈਮ ਸਪੈਂਡ ਕਰ ਰਹੇ ਨੇ ਤਾਂ ਜਦੋਂ ਇਹ ਟੀਨੇਜ ਦੇ ਵਿੱਚ ਪਹੁੰਚਣਗੇ ਜਾਂ ਫਿਰ 20 ਸਾਲ ਦੇ ਹੋਣਗੇ ਤਾਂ ਫਿਰ ਕਿੰਨਾ ਟਾਈਮ ਸਪੈਂਡ ਕਰਨਗੇ। ਉਧਰ ਕੇਂਦਰੀ ਸੁਧਾਰ ਕਰ ਫਰੀਦਕੋਟ ਦੇ ਵਿੱਚ ਹਰ ਦੂਜਾ ਕੈਦੀ ਨਸ਼ੇ ਦਾ ਆਦੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਕੈਦੀਆਂ ਦੇ ਹੋਏ ਡੋਪ ਟੈਸਟ ਤੋਂ ਬਾਅਦ ਆਈ ਰਿਪੋਰਟ ਕਹਿ ਰਹੀ। ਫਰੀਦਕੋਟ ਕੇਂਦਰੀ ਜੇਲ੍ਹ ਜਿੱਥੇ 2333 ਕੈਦੀਆਂ ਦਾ ਡੋਪ ਟੈਸਟ ਹੋਇਆ, ਜਿਨ੍ਹਾਂ ਦੇ ਵਿੱਚੋਂ 1064 ਕੈਦੀਆਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਯਾਨੀ ਹਰ ਦੂਜਾ ਕੈਦੀ ਨਸ਼ੇ ਦੀ ਡੋਜ਼ ਲੈ ਰਿਹਾ ਹੈ। ਇਹਨਾਂ ਦੇ ਵਿੱਚ ਇਕੱਲੇ ਪੁਰਸ਼ ਕੈਦੀ ਨਹੀਂ ਜੋ ਨਸ਼ਾ ਕਰਦੇ ਨੇ, ਬਲਕਿ ਮਹਿਲਾਵਾਂ ਦੇ ਟੈਸਟ ਵੀ ਪੋਜ਼ਿਟਿਵ ਆਏ ਨੇ। ਔਰ ਇਹਦੇ ਵਿੱਚ 2333 ਪ੍ਰਿਜ਼ਨਰ ਜਿਹੜੇ ਜੇਲ੍ਹ 'ਚ ਸੀ ਉਸ ਦਿਨ ਟੈਸਟ ਕੀਤੇ ਗਏ ਹੈ 2 ਦਿਨਾਂ 'ਚ। ਇਹਨਾਂ ਦਾ ਡੋਪ ਟੈਸਟ ਕੀਤਾ ਹੈ, ਉਹਨਾਂ 'ਚੋਂ 1064 ਪੋਜ਼ਿਟਿਵ ਆਏ ਹੈ ਤਾਂ ਬਾਕੀ 1269 ਜਿਹੜੇ ਨੈਗੇਟਿਵ ਸਨ। ਇਹਨਾਂ ਦੇ ਵਿੱਚ ਹੀ ਹੈ ਜੀ ਸਾਰੇ ਟੈਸਟਾਂ ਦੇ ਵਿੱਚ, ਪਰ ਸਪੈਸੀਫਿਕਲੀ ਕੁਝ ਮਹਿਲਾ ਤਾਂ ਪਾਈਆਂ ਗਈਆਂ, ਅਸੀਂ ਉਹਨਾਂ ਦੇ ਨਾਮ ਤਾਂ ਨਹੀਂ ਡਿਸਕਲੋਜ਼ ਕਰ ਸਕਦੇ। ਫਰੀਦਕੋਟ ਜੇਲ੍ਹ ਦੇ ਵਿੱਚ ਅਕਸਰ ਹੀ ਚੈਕਿੰਗ ਦੌਰਾਨ ਮੋਬਾਈਲ ਵੀ ਮਿਲਦੇ ਨੇ ਤੇ ਨਸ਼ੀਲੇ ਪਦਾਰਥ ਵੀ। ਜੇ ਸੁਧਾਰ ਘਰਾਂ ਦੇ ਵਿੱਚ ਕੈਦੀ ਸੁਧਰਨ ਦੀ ਥਾਂ ਨਸ਼ੇੜੀ ਬਣਨ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅਗਲੀ ਖਬਰ ਵੀ ਫਿਰੋਜ਼ਪੁਰ ਤੋਂ ਹੈ। ਫਿਰੋਜ਼ਪੁਰ ਦੀਆਂ ਸੜਕਾਂ ਤੇ ਹੁਣ ਅਵਾਰਾ ਪਸ਼ੂ ਨਹੀਂ ਘੁੰਮਣਗੇ ਕਿਉਂਕਿ ਅਵਾਰਾ ਪਸ਼ੂਆਂ ਦੇ ਲਈ ਫਿਰੋਜ਼ਪੁਰ ਦੇ ਡੀਸੀ ਨੇ ਉੱਥੇ ਧਾਰਾ 144 ਲਗਾ ਦਿੱਤੀ। ਅਕਸਰ ਸੜਕਾਂ ਤੇ ਅਵਾਰਾ ਪਸ਼ੂ ਘੁੰਮਦੇ ਨਜ਼ਰ ਆਉਂਦੇ ਨੇ, ਜਿਨ੍ਹਾਂ ਦੇ ਨਾਲ ਕਈ ਹਾਦਸੇ ਵੀ ਵਾਪਰਦੇ ਨੇ ਤੇ ਇਹ ਜਾਨਲੇਵਾ ਵੀ ਸਾਬਤ ਹੋਏ ਨੇ, ਜਿਨ੍ਹਾਂ ਤੋਂ ਨਿਜਾਤ ਪਾਉਣ ਦੇ ਲਈ ਫਿਰੋਜ਼ਪੁਰ ਦੇ ਡੀਸੀ ਨੇ ਗੁੱਜਰ ਭਾਈਚਾਰੇ ਤੇ ਸੜਕਾਂ ਉੱਤੇ ਪਸ਼ੂਆਂ ਨੂੰ ਚਰਾਉਣ ਅਤੇ ਘੁਮਾਉਣ ਦੇ ਖਿਲਾਫ ਐਕਸ਼ਨ ਲਿਆ, ਜਿਸ ਦਾ ਕਿਸਾਨਾਂ ਨੇ ਸਵਾਗਤ ਵੀ ਕੀਤਾ। ਇਕੱਲੇ ਜਿਹੜੇ ਗੁੱਜਰਾਂ ਦੇ ਪਸ਼ੂ ਨੇ ਉਹ ਹੀ ਆਵਾਜਾਈ 'ਚ ਵਿਘਨ ਨਹੀਂ ਪਾਉਂਦੇ। ਇੱਥੇ ਮਤਲਬ ਕਿੰਨੀਆਂ ਕੁ ਗਾਵਾਂ ਨੇ, ਕਿੰਨੇ ਕੁ ਢੱਠੇ ਨੇ ਜਿਨ੍ਹਾਂ ਦੇ ਟਕਰਾਉਣ ਦੇ ਨਾਲ ਸੈਂਕੜੇ ਕੀਮਤੀ ਜਾਨਾਂ ਜਾ ਚੁੱਕੀਆਂ ਨੇ। ਡੀਸੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਇਹਨਾਂ ਗਾਵਾਂ ਦਾ ਢੱਠਿਆਂ ਦੇ ਉੱਤੇ ਵੀ ਸੜਕਾਂ ਤੇ ਪਾਬੰਦੀ ਲਾਓ। ਅਵਾਰਾ ਪਸ਼ੂਆਂ ਦੀ ਵਜ੍ਹਾ ਦੇ ਨਾਲ ਅਕਸਰ ਹੀ ਦੁਰਘਟਨਾਵਾਂ ਵੀ ਹੁੰਦੀਆਂ ਨੇ। ਕਿਸਾਨਾਂ ਨੇ ਜਿੱਥੇ ਪ੍ਰਸ਼ਾਸਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤਾਂ ਉੱਥੇ ਹੀ ਪ੍ਰਸ਼ਾਸਨ ਨੂੰ ਸੁਝਾਅ ਦਿੰਦਿਆਂ ਬਾਕੀ ਅਵਾਰਾ ਪਸ਼ੂਆਂ ਦੇ ਖਿਲਾਫ ਵੀ ਕੋਈ ਪਲੈਨਿੰਗ ਬਣਾਉਣ ਦੀ ਮੰਗ ਕੀਤੀ ਹੈ। ਲੋਕ ਇਹ ਵੀ ਕਹਿ ਰਹੇ ਨੇ ਕਿ ਕਰੋੜਾਂ ਰੁਪਏ ਦਾ ਕਾਉ ਸੈਸ ਤਾਂ ਲਿਆ ਜਾਂਦਾ ਹੈ, ਪਰ ਗਾਵਾਂ ਨੂੰ ਜਾਂ ਫਿਰ ਜਿਹੜੇ ਅਵਾਰਾ ਪਸ਼ੂ ਨੇ ਉਹਨਾਂ ਨੂੰ ਸੰਭਾਲਣ ਦੇ ਲਈ ਕਦਮ ਕਿਉਂ ਨਹੀਂ ਚੁੱਕੇ ਜਾਂਦੇ। ਅੱਗੇ ਤੁਹਾਨੂੰ ਦਿਖਾਵਾਂਗੇ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ। ਜਿਹਾਂ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਨਜ਼ਰ ਆ ਰਹੀਆਂ ਨੇ, ਜਿੱਥੇ ਖੂਬ ਮੁਟਿਆਰਾਂ ਜਸ਼ਨ ਮਨਾਉਂਦੀਆਂ ਨਜ਼ਰ ਆ ਰਹੀਆਂ ਨੇ। ਤਸਵੀਰਾਂ ਵੱਖ-ਵੱਖ ਥਾਵਾਂ ਦੀਆਂ ਪੰਜਾਬ ਦੇ ਵਿੱਚ ਹੈਗੀਆਂ ਨੇ, ਉਹ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ। ਪਰ ਅੱਗੇ ਵਧਦੇ ਹਾਂ, ਥੋੜੀ ਦੇਰ ਦੇ ਵਿੱਚ ਤਸਵੀਰਾਂ ਆਉਣਗੀਆਂ, ਪਰ ਉਸ ਤੋਂ ਪਹਿਲਾਂ ਗੱਲ ਕਾਂਗਰਸ ਦੀ। ਕਾਂਗਰਸ ਨੇ ਮਹਿੰਗਾਈ, GST ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸੰਸਦ ਤੋਂ ਲੈ ਕੇ ਸੜਕ ਤੱਕ ਪ੍ਰਦਰਸ਼ਨ ਕੀਤਾ। ਇਸ ਵਾਰ ਕਾਂਗਰਸ ਦੀ ਵੱਖਰੀ ਸਟ੍ਰੈਟੇਜੀ ਦਿਖੀ। ਸਭ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਕਾਂਗਰਸ ਦੇ MPs ਦੇ ਨਾਲ ਪਾਰਲੀਮੈਂਟ ਦੇ ਵਿੱਚ ਕਾਲੇ ਕੱਪੜੇ ਪਾ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਉਸ ਤੋਂ ਬਾਅਦ ਰਾਹੁਲ ਸੰਸਦ ਭਵਨ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕੱਢਣ ਦੇ ਲਈ ਨਿਕਲ ਪਏ, ਪਰ ਪੁਲਿਸ ਨੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਤੇ ਹਿਰਾਸਤ ਦੇ ਵਿੱਚ ਲੈ ਲਿਆ। ਇਸ ਤੋਂ ਬਾਅਦ ਪਾਰਟੀ ਹੈੱਡਕੁਆਰਟਰ ਦੇ ਵਿੱਚ ਮੌਜੂਦ ਪ੍ਰਿਯੰਕਾ ਗਾਂਧੀ ਨੇ ਮੋਰਚਾ ਸੰਭਾਲਿਆ ਅਤੇ ਉਹ ਆਪਣੇ ਸੰਸਦਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਰਿਹਾਇਸ਼ ਘੇਰਨ ਦੇ ਲਈ ਨਿਕਲੇ, ਪਰ ਇੱਥੇ ਵੀ ਪੁਲਿਸ ਨੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ, ਜਿਸ ਤੋਂ ਬਾਅਦ ਪ੍ਰਿਯੰਕਾ ਸੜਕ ਦੇ ਉੱਤੇ ਹੀ ਧਰਨੇ ਤੇ ਬੈਠ ਗਏ।
ਕਾਫੀ ਦੇਰ ਦੇ ਹੰਗਾਮੇ ਤੋਂ ਬਾਅਦ ਪੁਲਿਸ ਨੇ ਪ੍ਰਿयंका ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ। ਕਾਂਗਰਸ ਦੇ ਵਰਕਰਾਂ ਦੀ ਵੱਡੀ ਗਿਣਤੀ ਨੂੰ ਦੇਖ ਕੇ ਅਕਬਰ ਰੋਡ ਦੇ ਉੱਤੇ ਭਾਰੀ ਗਿਣਤੀ 'ਚ ਸੁਰੱਖਿਆ ਵਿਵਸਥਾ ਕੀਤੀ ਗਈ ਸੀ। ਪੁਲਿਸ ਨੇ 3 ਲੇਅਰ ਦੇ ਵਿੱਚ ਜਵਾਨਾਂ ਨੂੰ ਤੈਨਾਤ ਕੀਤਾ ਸੀ। ਤੇ ਚੰਡੀਗੜ੍ਹ ਦੇ ਵਿੱਚ ਵੀ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਮਹਿੰਗਾਈ ਦੇ ਖਿਲਾਫ ਜਿੱਥੇ ਦਿੱਲੀ 'ਚ ਪ੍ਰਦਰਸ਼ਨ ਸੀ ਤਾਂ ਉੱਥੇ ਪੰਜਾਬ ਕਾਂਗਰਸ ਨੇ ਵੀ ਚੰਡੀਗੜ੍ਹ ਦੇ ਵਿੱਚ ਮੋਰਚਾ ਖੋਲ੍ਹਿਆ। ਗਵਰਨਰ ਹਾਊਸ ਜਾਣ ਦੀ ਜ਼ਿੱਦ ਕਰ ਰਹੇ ਕਾਂਗਰਸੀਆਂ ਨੂੰ ਰੋਕਣ ਦੇ ਲਈ ਪੁਲਿਸ ਨੂੰ ਵਾਟਰ ਕੈਨਨ ਦਾ ਇਸਤੇਮਾਲ ਵੀ ਕਰਨਾ ਪਿਆ। ਪੰਜਾਬ ਕਾਂਗਰਸ ਨੇ ਪਹਿਲਾਂ ਸੈਕਟਰ 15 ਦੇ ਵਿੱਚ ਕਾਂਗਰਸ ਭਵਨ 'ਚ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਕੋਈ ਮੰਗ ਪੱਤਰ ਨਹੀਂ ਲੈਣ ਆਇਆ ਤਾਂ ਕਾਂਗਰਸੀਆਂ ਨੇ ਗਵਰਨਰ ਹਾਊਸ ਦੇ ਵੱਲ ਕੂਚ ਕਰ ਦਿੱਤਾ। ਰਾਤ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਬੈਰੀਕੇਡ ਲਗਾ ਕੇ ਰੋਕ ਦਿੱਤਾ। ਕਾਂਗਰਸੀਆਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਵਾਟਰ ਕੈਨਨ ਦਾ ਫਿਰ ਇਸਤੇਮਾਲ ਕੀਤਾ। ਇਸ ਤੋਂ ਬਾਅਦ ਕਾਂਗਰਸੀ ਸੜਕ ਉੱਤੇ ਹੀ ਬੈਠ ਗਏ। ਪੁਲਿਸ ਨੇ ਕਾਂਗਰਸੀਆਂ ਨੂੰ ਹਟਣ ਦੇ ਲਈ ਕਿਹਾ ਪਰ ਪ੍ਰਦਰਸ਼ਨਕਾਰੀ ਨਹੀਂ ਮੰਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਪਹਿਲੀ ਮੋਦੀ ਸਰਕਾਰ ਹੈ ਜਦ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਆ ਜਿਨੇ ਅੱਜ ਤੱਕ ਕਦੀ ਵੀ ਕੋਸ਼ਿਸ਼ ਨਹੀਂ ਕੀਤੀ ਔਰ ਸਿਰਫ ਤੇ ਸਿਰਫ ਡੰਡੇ ਨਾਲ ਹੀ ਰੋਕਣਾ ਚਾਹੁੰਦੇ ਨੇ। ਸਾਰਿਆਂ ਨੂੰ ਬੱਸ ਦੇ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਗਈ। ਇਹਨਾਂ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪ੍ਰਗਟ ਸਿੰਘ ਸਣੇ ਕਈ ਵੱਡੇ ਕਾਂਗਰਸੀ ਆਗੂ ਸ਼ਾਮਲ ਸਨ। ਖੈਰ ਮਹਿੰਗਾਈ ਦੇ ਮੁੱਦੇ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ। ਮਹਿੰਗਾਈ ਤੋਂ ਆਮ ਲੋਕ ਤਾਂ ਤਰਸਤ ਨਜ਼ਰ ਆਉਂਦੇ ਨੇ ਤੇ ਜਦੋਂ ਸਿਆਸਤ ਵੀ ਹੋਵੇ ਤੇ ਲੋਕਾਂ ਦੇ ਮੁੱਦੇ ਦੀ ਗੱਲ ਵੀ ਹੋਵੇ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਦੇਸ਼ ਦੇ ਆਜ਼ਾਦੀ ਦਿਹਾੜੇ ਦੀ। 15 ਅਗਸਤ ਨੂੰ ਦੇਸ਼ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਤਾਂ 75ਵੇਂ ਆਜ਼ਾਦੀ ਦਿਹਾੜੇ ਦੇ ਅੰਮ੍ਰਿਤ ਮਹੋਤਸਵ ਦੇ ਉੱਤੇ ਨਿਊਜ਼ 18 ਪੰਜਾਬ ਕੋਸ਼ਿਸ਼ ਕਰ ਰਿਹਾ ਕਿ ਦੇਸ਼ ਦੀਆਂ ਪ੍ਰਾਪਤੀਆਂ 75 ਸਾਲ ਦੀਆਂ ਪ੍ਰਾਪਤੀਆਂ ਅਸੀਂ ਤੁਹਾਡੇ ਸਾਹਮਣੇ ਰੱਖੀਏ। ਰੋਜ਼ਾਨਾ ਅਸੀਂ ਇਸ ਤਰੀਕੇ ਨਾਲ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਉਹ ਫੈਕਟ ਜਿਨ੍ਹਾਂ ਨੂੰ ਜਾਣ ਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਤਾਂ 75 ਸਾਲ ਦੀ ਪ੍ਰਾਪਤੀ ਹੈ ਕਿ ਪਹਿਲੀ ਹੀ ਕੋਸ਼ਿਸ਼ ਦੇ ਵਿੱਚ ਮੰਗਲ ਗ੍ਰਹਿ ਮੰਗਲਯਾਨ ਪਹੁੰਚ ਗਿਆ ਮੰਗਲ ਗ੍ਰਹਿ ਤੱਕ। ਜਾਂ 24 ਸਤੰਬਰ 2014 ਨੂੰ ਮੰਗਲ ਗ੍ਰਹਿ ਦੀ ਪਰਿਕਰਮਾ ਕਰਨ ਵਾਲਾ ਮੰਗਲਯਾਨ ਮੰਗਲ ਆਰਬਿਟਰ ਮਿਸ਼ਨ ਭਾਰਤੀ ਪੁਲਾੜ ਰਿਸਰਚ ਸੰਗਠਨ ਯਾਨੀ ਕਿ ਈਸਰੋ ਦੇ ਵੱਲੋਂ ਭੇਜਿਆ ਗਿਆ ਤੇ ਇਸ ਤਰ੍ਹਾਂ ਭਾਰਤ ਪਹਿਲੀ ਹੀ ਕੋਸ਼ਿਸ਼ ਦੇ ਵਿੱਚ ਮੰਗਲ ਤੱਕ ਪਹੁੰਚ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਇਸ ਤੋਂ ਪਹਿਲਾਂ ਵੀ ਹੋਰ ਦੇਸ਼ ਪਹੁੰਚੇ ਨੇ ਪਰ ਉਹਨਾਂ ਦੇ ਵੱਲੋਂ ਕਈ ਵਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਉਹਨਾਂ ਨੂੰ ਕਾਮਯਾਬੀ ਮਿਲੀ ਸੀ ਪਰ ਭਾਰਤ ਦੇ ਵਿਗਿਆਨੀਆਂ ਨੇ ਪਹਿਲੀ ਕੋਸ਼ਿਸ਼ ਦੇ ਵਿੱਚ ਹੀ ਇਹ ਮੁਹਿੰਮ ਸਿਰੇ ਚੜਾ ਦਿੱਤੀ। ਦੇਸ਼ ਭਾਰਤ ਉਹਨਾਂ 6 ਦੇਸ਼ਾਂ ਦੇ ਵਿੱਚ ਸ਼ਾਮਲ ਹੋ ਚੁੱਕਾ ਹੈ ਜੋ ਖੁਦ ਦਾ ਸੈਟੇਲਾਈਟ ਬਣਾਉਣ ਅਤੇ ਲਾਂਚ ਕਰਨ ਦੀ ਤਕਨੀਕ ਰੱਖਦੇ ਨੇ। ਈਸਰੋ ਦੇ ਦੇਸ਼ ਭਰ ਦੇ ਵਿੱਚ 13 ਸੈਂਟਰ ਨੇ। ਹੁਣ ਤੱਕ ਈਸਰੋ 110 ਪੁਲਾੜ ਮਿਸ਼ਨ, 78 ਲਾਂਚਿੰਗ ਮਿਸ਼ਨ, 10 ਸਟੂਡੈਂਟ ਉਪਗ੍ਰਹਿ ਤੇ 2 ਰੀ-ਐਂਟਰੀ ਮਿਸ਼ਨ ਨੂੰ ਅੰਜਾਮ ਦੇ ਚੁੱਕਾ ਹੈ। ਕਾਬਿਲੇ ਗੌਰ ਇਹ ਵੀ ਹੈ ਕਿ ਇਸ ਤੋਂ ਇਲਾਵਾ ਈਸਰੋ ਨੇ 33 ਦੇਸ਼ਾਂ ਦੇ 328 ਵਿਦੇਸ਼ੀ ਉਪਗ੍ਰਹਿ ਵੀ ਪੁਲਾੜ ਦੇ ਵਿੱਚ ਭੇਜੇ ਨੇ, ਛੱਡੇ ਨੇ ਤੇ ਹੁਣ ਤੱਕ 10 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀ ਕਮਾਈ ਵੀ ਈਸਰੋ ਕਰ ਚੁੱਕਾ ਹੈ। ਤਾਂ ਮਾਣ ਨਾਲ ਕਹੋ ਕਿ ਅਸੀਂ ਹਿੰਦੁਸਤਾਨੀਆਂ ਭਾਰਤੀਆਂ ਕਿਉਂਕਿ ਬਹੁਤ ਸਾਰੀਆਂ ਪ੍ਰਾਪਤੀਆਂ ਅਸੀਂ 75 ਸਾਲ ਦੇ ਵਿੱਚ ਹਾਸਲ ਕੀਤੀਆਂ ਨੇ ਤੇ ਬਹੁਤ ਸਾਰੇ ਸੈਕਟਰ ਅਜਿਹੇ ਵੀ ਨੇ ਜਿਨ੍ਹਾਂ ਤੱਕ ਅਜੇ ਪਹੁੰਚ ਕਰਨੀ ਬਾਕੀ ਵੀ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਜੰਗਲਾਤ ਘੁਟਾਲੇ ਦੇ ਵਿੱਚ ਜੇਲ੍ਹ 'ਚ ਬੰਦ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨਵੇਂ ਵਿਵਾਦ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ। ਸਾਧੂ ਸਿੰਘ ਧਰਮਸੋਤ ਨੇ ਪਤਨੀ ਦੇ ਨਾਮ ਦੇ ਉੱਤੇ 500 ਗਜ ਦਾ ਪਲਾਟ ਚੋਣ ਕਮਿਸ਼ਨ ਤੋਂ ਲੁਕੋ ਲਿਆ। ਵਿਜੀਲੈਂਸ ਜਾਂਚ ਦੇ ਵਿੱਚ ਇਸ ਦੀ ਤਸਦੀਕ ਹੋਣ ਤੋਂ ਬਾਅਦ ਮਾਮਲਾ ਚੋਣ ਕਮਿਸ਼ਨ ਤੱਕ ਪਹੁੰਚ ਗਿਆ ਹੈ। ਧਰਮਸੋਤ ਨੇ ਨਾਭਾ ਸੀਟ ਤੋਂ ਇਸ ਵਾਰ ਕਾਂਗਰਸ ਦੇ ਟਿਕਟ ਦੇ ਉੱਤੇ ਚੋਣ ਲੜੀ ਸੀ। ਨਾਮਜ਼ਦਗੀ ਫਾਰਮ ਦੇ ਵਿੱਚ ਉਹਨਾਂ ਨੇ ਆਪਣੀ ਪੂਰੀ ਜਾਇਦਾਦ ਦੀ ਜਾਣਕਾਰੀ ਦੇਣੀ ਸੀ ਜਦੋਂ ਕਿ ਇਲਜ਼ਾਮ ਨੇ ਕਿ ਧਰਮਸੋਤ ਨੇ ਅਜਿਹਾ ਨਹੀਂ ਕੀਤਾ। ਇਲੈਕਸ਼ਨ ਦੇ ਦੌਰਾਨ ਕੋਈ ਵੀ ਕੈਂਡੀਡੇਟ ਆਪਣਾ ਪੂਰਾ ਸੰਪत्ति, बैंक डिटेल्स, क्रिमिनल रिकॉर्ड अगर है उसका वेरवा देना पैंदा है और ट्रू जानकारी, सही जानकारी देना जरूरी है। ਵਿਜੀਲੈਂਸ ਵਿਭਾਗ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੋਹਾਲੀ ਦੇ ਸੈਕਟਰ 80 ਦੇ ਵਿੱਚ ਧਰਮਸੋਤ ਦਾ 500 ਗਜ ਦਾ ਪਲਾਟ ਹੈ, ਪਲਾਟ ਨੰਬਰ 27 ਤੇ ਇਹ ਪਲਾਟ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਦੇ ਨਾਮ ਦੇ ਉੱਤੇ ਹੈ।
ਮਈ 2021 ਦੇ ਵਿੱਚ ਇਸ ਨੂੰ ਖਰੀਦਿਆ ਗਿਆ ਸੀ। ਗਮਾਡਾ ਦੇ ਰਿਕਾਰਡ ਦੇ ਮੁਤਾਬਕ 31 ਜਨਵਰੀ 2022 ਤੱਕ ਸ਼ੀਲਾ ਦੇਵੀ ਇਸ ਦੀ ਮਾਲਕ ਸੀ। 2 ਮਾਰਚ ਨੂੰ ਇਸ ਨੂੰ ਰਾਜਕੁਮਾਰ ਅਤੇ ਕਸ਼ਮੀਰ ਸਿੰਘ ਦੇ ਨਾਮ ਤੇ ਟ੍ਰਾਂਸਫਰ ਕਰਨ ਦਾ ਐਫੀਡੇਵਿਟ ਆਇਆ। ਸਾਧੂ ਸਿੰਘ ਧਰਮਸੋਤ ਇਸ ਵਕਤ ਨਾਭਾ ਜੇਲ੍ਹ ਦੇ ਵਿੱਚ ਬੰਦ ਨੇ। ਧਰਮਸੋਤ ਨੂੰ ਜੰਗਲਾਤ ਵਿਭਾਗ ਦੇ ਘੁਟਾਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਵਿਜੀਲੈਂਸ ਦੀ ਚਿੱਠੀ ਤੋਂ ਬਾਅਦ ਪੰਜਾਬ ਦੇ ਚੀਫ ਇਲੈਕਸ਼ਨ ਅਫਸਰ ਨੇ ਕਾਰਵਾਈ ਦੇ ਲਈ ਪੂਰਾ ਮਾਮਲਾ ਕਮਿਸ਼ਨ ਦੇ ਦਿੱਲੀ ਹੈੱਡਕੁਆਟਰ ਭੇਜ ਦਿੱਤਾ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਅੱਜ ਦੇ ਇਤਿਹਾਸ ਦੀ। 5 ਅਗਸਤ ਦਾ ਇਤਿਹਾਸ ਕੀ ਕਹਿੰਦਾ ਉਹ ਤੁਹਾਨੂੰ ਦੱਸਾਂਗੇ। ਬਹੁਤ ਅਹਿਮ ਸ਼ਖਸੀਅਤ ਦੇ ਨਾਲ ਜੁੜਿਆ ਹੋਇਆ 5 ਅਗਸਤ ਦਾ ਇਤਿਹਾਸ ਹੈ। 5 ਅਗਸਤ ਦਾ ਇਤਿਹਾਸ ਹੈ ਭਗਤ ਪੂਰਨ ਸਿੰਘ ਜੀ ਦਾ ਦੇਹਾਂਤ ਹੋਇਆ ਸੀ। ਜਾਂ 5 ਅਗਸਤ 1992 ਨੂੰ 88 ਸਾਲ ਦੀ ਉਮਰ ਦੇ ਵਿੱਚ ਭਗਤ ਪੂਰਨ ਸਿੰਘ ਜੀ ਦਾ ਦੇਹਾਂਤ ਹੋਇਆ। 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਭਗਤ ਪੂਰਨ ਸਿੰਘ ਨੂੰ ਵਾਤਾਵਰਣ ਪ੍ਰੇਮੀ ਅਤੇ ਪਿੰਗਲਵਾੜਾ ਸੁਸਾਇਟੀ ਦੇ ਮੋਢੀ ਦੇ ਵਜੋਂ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸਥਾਪਿਤ ਕਰਕੇ ਭਗਤ ਪੂਰਨ ਸਿੰਘ ਜੀ ਨੇ ਸਾਰੀ ਉਮਰ ਪਿੰਗਲੇ ਅਤੇ ਅਨਾਥਾਂ ਦੀ ਨਿਰਸਵਾਰਥ ਸੇਵਾ ਕੀਤੀ। ਇਸੇ ਸੇਵਾ ਕਰਕੇ ਉਹਨਾਂ ਨੂੰ ਉੱਤਰ ਭਾਰਤ ਦੇ ਵਿੱਚ ਬਹੁਤ ਸਤਿਕਾਰ ਦੇ ਨਾਲ ਯਾਦ ਕੀਤਾ ਜਾਂਦਾ ਹੈ। ਸੇਵਾ ਦੇ ਪ੍ਰਤੀਕ ਦੇ ਵਜੋਂ ਉਹਨਾਂ ਨੂੰ 1981 ਦੇ ਵਿੱਚ ਭਾਰਤ ਸਰਕਾਰ ਨੇ ਪਦਮ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ। ਪਰ ਬਾਅਦ ਦੇ ਵਿੱਚ ਵੀ ਭਗਤ ਜੀ ਨੇ ਸਾਕਾ ਨੀਲਾ ਤਾਰਾ ਦੇ ਰੋਜ਼ ਦੇ ਵਜੋਂ ਇਹ ਅਵਾਰਡ ਵਾਪਸ ਕਰ ਦਿੱਤਾ ਸੀ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਵਾਪਸ ਆਵਾਂਗੇ ਫਰਕ ਤਾਂ ਪੈਂਦੇ ਦੇ ਵਿੱਚ ਹੋਰ ਅਹਿਮ ਤੁਹਾਡੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ।